सतगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। सलोक 12 ते वधीक महला पहला। ओ तंगी पै ओ हरी गहरी गंभीरी ससड़ सुइया किव करी निवर ना जाए थणी। गाच जे लगा गिड़वड़ी सखिए धौल हरी से भीड़ टहंदे डिठ मैं मुंद ना गर्भ थणी। वाहिगुरु जी का खालसा वाहिगुरु जी की फतेह। परम सन्मान योग सत्कार योग गुरु सवारी गुरु प्यारी गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां मिल जुल के अंमृत वेले तो लैकर सतगुरां दी अंमृतमयी गुरु बाणी पढ़दे सुनदे दर्शन दीदार करदे हुए सतगुरु गुरु गोबिंद सिंह साहिब महाराज सच्चे पातशाह जी दे पावन पवित्र स्थान ते दीन दुनी दे मालिक सर्ब कायनात दी रक्षा करनहारे शब्द अवतार धन धन सतगुरु ग्रंथ साहिब महाराज सच्चे पातशाह जी दी पावन ते पवित्र गोद दा आनंद मान रहे गुरु सवारे गुरु प्यारी खालसा साध संगत जीओ। सतगुरु गरीब नवाज दातार प्रभु जी साडे कलयुगी जीवां दे उपर मेहरबानी करदियां होइयां सानू पावन पवित्र बचनां दे द्वारा सूझ बूझ दी बख्शिश करदे आ रहे ने। कृपालु दयालु सतगुरु गरीब नवाज दातार प्रभु जी चल रहे सतगुरु की अलाही बाणी दी लड़ीवार कथा दे द्वारा सतगुरु गरीब नवाज महाराज सानू समझाउंदियां ते साहिब दी कृपा दे सदका धन गुरु ग्रंथ साहिब महाराज जी दे 1410 अंग तो अज दी विचार जिहड़ी आरंभ हुंदी है ये विचार जिन्हों सलोक 12 ते वधीक सरलेख हेठ महाराज सच्चे पातशाह जी ने गुरु अर्जन साहिब महाराज जी ने लिखिया है। साहिब जी दे अलाही बाणी भट्टां दे सवाइयां दी विचार नूं असां ने तुछ बुद्धि नाल पढ़िया ते सुनिया। गरीब नवाज दातार प्रभु जी दीन दुनी दे मालिक गुरबाणी दे रचनहारे
ਜਿਵੇਂ ਕਿਰਪਾ ਕਰਕੇ ਸਾਨੂੰ ਇਹ ਵਿਚਾਰ ਵੀ ਪੜ੍ਹਨ ਤੇ ਸੁਣਨ ਦਾ ਸਬੱਬ ਬਖਸ਼ਦੇ ਨੇ, ਅਸੀਂ ਇਹਨੂੰ ਵਿਚਾਰਨਾ ਤੇ ਸੁਣਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਮਾਲਕ ਦਾ ਮਹਾਮੰਗਲ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਏਕ ਓੰਕਾਰ, ਇੱਕ ਅਦੁੱਤੀ ਹੈ, ਅਦਵੈਤ ਸਰੂਪ ਹੈ, ਜਿਹਦੇ ਵਿੱਚ ਦੂਜਾਪਨ ਹੈ ਹੀ ਨਹੀਂ, ਜਿਹਦੇ ਵਿੱਚ ਦੂਜੀ ਵਿਚਾਰ ਹੈ ਹੀ ਨਹੀਂ, ਜਿਸ ਵਰਗਾ ਦੂਜਾ ਕੋਈ ਹੈ ਹੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਉਹ ਇੱਕ ਹੈ ਤੇ ਉਹ ਇੱਕ ਹੋਇਆ ਪਰਮਾਤਮਾ ਜਿਹੜਾ ਇੱਕ ਹੁੰਦਿਆਂ ਹੋਇਆਂ ਉਹਨੇ ਸਾਰੀ ਕਾਇਨਾਤ ਨੂੰ ਭੁਖਸ਼ਿਤ ਕੀਤਾ ਹੈ, ਸਾਰੀ ਕਾਇਨਾਤ ਨੂੰ ਬਣਾਇਆ ਚਾਰ ਖਾਣੀਆਂ ਦੇ ਦੁਆਰਾ। ਇਹਨਾਂ ਨੂੰ ਬਣਾ ਕਰਕੇ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਹੈ, ਸਾਰਿਆਂ ਦੀ ਉਤਪਤੀ ਕਰਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਸਾਰਿਆਂ ਦੀ ਲੈਤਾ ਵੀ ਉਹ ਕਰਦਾ ਹੈ। ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿੱਤ, ਓੰਕਾਰ ਦਾ ਇਹ ਸਾਰਾ ਪਸਾਰਾ ਹੈ। ਉਹ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਪ੍ਰਕਾਸ਼ ਸਰੂਪ ਹੈ। ਉਹ ਇੱਕ ਅਦੁੱਤੀ ਬ੍ਰਹਮ ਹੈ ਤੇ ਸਤ ਨਾਮ ਸਤ ਉਤਰਕਾਲ ਆਬਾਦ ਸਰੂਪ ਹੈ। ਜਿੰਨਾ ਕੁਝ ਸੰਸਾਰ ਵਿੱਚ ਬੰਤਰ ਬਣੀ ਹੋਈ ਹੈ ਨਾ ਚਾਰ ਖਾਣੀਆਂ ਦੇ ਦੁਆਰਾ, ਸਭ ਨਸ਼ਟ ਹੋਣ ਵਾਲੀ, ਸਭ ਮਿਟ ਜਾਣ ਵਾਲੀ, ਸਭ ਖਤਮ ਹੋ ਜਾਣ ਵਾਲੀ। ਪਰ ਪਰਮਾਤਮਾ ਜਿਹੜਾ ਉਹ ਸੱਚ ਸਰੂਪ ਹੈ, ਹਸਤੀ ਹੋਂਦ ਵਾਲਾ ਹੈ। ਤਿੰਨਾਂ ਕਾਲਾਂ ਵਿੱਚ ਉਹਦੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਦਾ, ਉਹਦੀ ਹਸਤੀ ਨੂੰ ਕੋਈ ਖਤਰਾ ਨਹੀਂ। ਉਹ ਸੱਚ ਸਰੂਪ ਹੈ। ਸਤਯੁਗ ਵਿੱਚ ਵੀ ਸੀ, ਤ੍ਰੇਤੇ ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ ਇਹ ਦੁਨੀਆ ਨਸ਼ਟ ਹੋ ਜਾਏਗੀ। ਦੁਨੀਆ ਬਣਾਉਣ ਤੋਂ ਪਹਿਲਾਂ ਵੀ ਸੀ ਤੇ ਹੁਣ ਬਾਅਦ ਵਿੱਚ ਵੀ ਇਹ ਰਹੇਗਾ। ਉਹ ਸੱਤ ਹੈ, ਉਹਦਾ ਨਾਸ਼ ਕਦੇ ਨਹੀਂ ਹੁੰਦਾ। ਨਾਮ ਉਹਦਾ ਹਸਤੀ ਹੋਂਦ ਵਾਲਾ, ਉਹਦੀ ਹਸਤੀ ਹੋਂਦ ਨੂੰ, ਉਹਦੇ ਨਾਮ ਨੂੰ ਕੋਈ ਮਿਟਾ ਨਹੀਂ ਸਕਦਾ। ਦੁਨੀਆ ਦੇ ਨਾਮ ਮਿਟਦੇ ਨੇ, ਆਪਣੇ ਜਿੰਨੇ ਨਾਮ ਹੈ ਨਾ, ਜਿਨ੍ਹਾਂ ਨਾਲ ਆਪਣੀ ਜਾਨ ਪਹਿਚਾਨ ਹੈ, ਬੋਲ ਚਾਲ ਆਦਾਨ ਪ੍ਰਦਾਨ ਕਰਦੇ ਆ, ਇਹ ਸਾਰੇ ਸਮਾਂ ਪਾ ਕੇ ਮਿਟ ਜਾਣਗੇ ਔਰ ਸਾਰੇ ਖਤਮ ਹੋ ਜਾਣਗੇ। ਆਪਣੇ ਤੋਂ ਪਹਿਲੇ ਚੌਥੀ ਪੰਜਵੀਂ ਪੀੜ੍ਹੀ ਨੂੰ ਨਜ਼ਰ ਮਾਰ ਲਓ, ਸਾਨੂੰ ਪਤਾ ਹੀ ਨਹੀਂ ਕੌਣ ਸੀ, ਕੀ ਨਾਮ ਸੀ, ਸਭ ਮਿਟਦੇ। ਪਰ ਪਰਮਾਤਮਾ ਦਾ ਨਾਮ ਹਸਤੀ ਵਾਲਾ ਹੈ, ਪਰਮਾਤਮਾ ਹਸਤੀ ਵਾਲਾ ਹੈ, ਉਹਨੇ ਰਹਿਣਾ ਹੈ, ਉਹਦੇ ਨਾਮ ਨੇ ਰਹਿਣਾ ਹੈ। ਉਹਨੂੰ ਮਹਾਰਾਜ ਕਹਿੰਦੇ ਆ, ਨਾਮ ਰਹਿਓ ਸਾਧੂ ਰਹਿਓ, ਜਪਣ ਵਾਲਾ ਰਹਿਓ। ਗੁਰ ਗੋਬਿੰਦ ਜੀ ਦਾ ਨਾਮ ਜਪਿਆ ਜਾ ਰਿਹਾ ਹੈ। ਜਿਹਨੇ ਧਰਤੀ ਬਣਾਈ ਆ ਉਹਨੇ ਸਦੀਵ ਕੱਲ ਰਹਿਣਾ ਹੈ। ਉਹਦਾ ਨਾਮ ਜਿਹੜਾ ਮਿਟਦਾ ਨਹੀਂ, ਹੋਂਦ ਵਾਲਾ ਹੈ। ਮਹਾਰਾਜ ਮਿਹਰ ਕਰਦੇ, ਜਿੱਥੇ ਉਹਦਾ ਨਾਮ ਨਾਸ਼ ਤੋਂ ਰਹਿ ਤੇ ਹਸਤੀ ਹੋਂਦ ਵਾਲਾ, ਉਹਦਾ ਨਾਸ਼ ਨਹੀਂ ਹੁੰਦਾ। ਐਸੇ ਗੁਣ ਨੇ। ਉਹ ਕਰਤਾ ਪੁਰਖ, ਕਰਤੇ ਬੜੇ ਸੰਸਾਰ ਵਿੱਚ ਨੇ। ਕਰਤਾ ਕਹਿੰਦੇ ਬਣਾਉਣ ਵਾਲਾ, ਤੇ ਬਣਾਉਣ ਵਾਲੇ ਵਸਤੂਆਂ ਨੂੰ ਬਹੁਤ ਨੇ। ਕੋਈ ਕੁਝ ਬਣਾਉਂਦਾ ਪਿਆ, ਕੋਈ ਕੁਝ ਬਣਾਉਂਦਾ ਪਿਆ। ਘੁਮਿਆਰ ਭਾਂਡੇ ਬਣਾਉਂਦਾ, ਉਹ ਤਾਂ ਬਣਾਵੇਗਾ ਜਿਹਦੇ ਕੋਲ ਮਟੀਰੀਅਲ ਹੋਵੇਗਾ, ਮਿੱਟੀ ਹੋਵੇਗੀ, ਚੱਕ ਹੋਵੇਗਾ, ਪਾਣੀ ਹੋਵੇਗਾ, ਤਾਂ ਉਹ ਭਾਂਡਾ ਬਣਾ ਕੇ ਤਿਆਰ ਕਰੇਗਾ। ਭਾਂਡਾ ਲਾ ਕੇ ਉਹਨੇ ਚੱਕ ਤੋਂ ਥੱਲੇ ਰੱਖ ਦਿੱਤਾ, ਭਾਂਡਾ ਅੱਗ ਦੇ ਵਿੱਚ ਉਹ ਪੱਕ ਗਿਆ ਤੇ ਪੱਕਣ ਤੋਂ ਬਾਅਦ ਕੋਈ ਪਾਸਿਓਂ ਚੱਲ ਕੇ ਆਇਆ, 2 ਆਨਿਆਂ ਦਾ ਭਾਂਡਾ ਖਰੀਦ ਕੇ ਲੈ ਗਿਆ। ਉਦੋਂ ਬਾਅਦ ਉਹ ਬਣਾਉਣ ਵਾਲੇ ਕਰਤੇ ਨੂੰ, ਮਾਲਕ ਨੂੰ ਕੋਈ ਪਤਾ ਨਹੀਂ ਉਹਦੀ ਕਿਰਤ ਦਾ ਕੀ ਹਾਲ ਹੈ ਵੀ ਦੁਨੀਆ ਤੇ ਕਿ ਨਹੀਂ, ਉਹਨੂੰ ਕੋਈ ਪਤਾ ਨਹੀਂ। ਕਰਤਾ ਐਸਾ ਨਹੀਂ, ਇਹ ਉਹ ਕਰਤਾ
ਜਿਹੜਾ ਕਿਸੇ ਮਟੀਰੀਅਲ ਦੀ ਲੋੜ ਨਹੀਂ, ਇੱਕ ਬੂੰਦ ਪਾਣੀ ਦੀ ਤਾਂ ਔਰ ਸਰੀਰ ਦੀ ਹੋਂਦ ਬਣਾ ਦਿੰਦਾ ਹੈ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰਾਖਿਆ, ਬੌਰ ਲਾਗੀ ਮਾਇਆ। ਉਹ ਪਰਮਾਤਮਾ ਜਿਹੜਾ ਐਸਾ ਕਰਤਾ ਹੈ, ਵਸਤੂ ਨੂੰ ਬਣਾ ਕੇ, ਸਰੀਰਾਂ ਨੂੰ ਬਣਾ ਕੇ, ਪ੍ਰਕਿਰਤੀ ਨੂੰ ਬਣਾ ਕੇ ਆਪ ਪਾਸੇ ਨਹੀਂ ਹੋਇਆ ਕਿ ਕਿਰਤ ਉਹਦੀ ਕਿਦੇ ਚਲੀ ਗਈ ਤੇ ਕਰਤਾ ਕਿਦੇ ਬੈਠਾ ਹੋਵੇ। ਆਪ ਕਿਰਤ ਨੂੰ ਬਣਾ ਕੇ ਪੁਰਖ ਸਰਬ ਵਿਆਪਕ ਹੋ ਗਿਆ, ਉਹਦੇ ਅੰਦਰ ਆਪ ਬੈਠ ਗਿਆ। ਜਿੱਥੇ ਕਿਰਤ ਜਾਏਗੀ ਕਰਤਾ ਨਾਲ ਜਾਏਗਾ। ਆਪ ਕਰਤਾ ਵਿੱਚ ਬੈਠ ਗਿਆ ਹੈ ਤੇ ਉਹ ਬਣੀ ਹੋਈ ਕਿਰਤ ਦੀ ਰਖਵਾਲੀ ਪਿਆ ਆਪ ਕਰਦਾ ਹੈ, ਰਕਸ਼ਾ ਕਰਦਾ ਹੈ ਇੱਥੇ ਲੋਕ ਦੇ ਵਿੱਚ ਵੀ। ਤੇ ਜਦ ਸੰਸਾਰ ਤੋਂ ਜੀਵ ਕੂਚ ਕਰਦਾ ਹੈ, ਉਦੋਂ ਨਰਕਾਂ ਆਦਿ ਦੇ ਦੁੱਖਾਂ ਤੋਂ ਉਸ ਜੀਵ ਨੂੰ ਬਚਾਉਣ ਵਾਲਾ ਇਹ ਸਰਬ ਵਿਆਪਕ ਕਰਤਾ, ਸੰਸਾਰ ਦੀ ਬਣਤਰ ਬਣਾਉਣ ਵਾਲਾ ਆਪ ਨਾਲ ਆਪ ਬਣਾ ਕੇ ਭਾਂਡਿਆਂ ਨੂੰ ਉਹਨਾਂ ਦੇ ਅੰਦਰ ਬੈਠ ਜਾਂਦਾ ਹੈ, ਸਰੀਰਾਂ ਦੇ ਅੰਦਰ। ਔਰ ਉਹਨੂੰ ਡਰ ਕਿਸੇ ਦਾ ਨਹੀਂ, ਉਹ ਨਿਰਭਉ। ਸਾਨੂੰ ਭੈ ਬਈ ਆਹ ਚੀਜ਼ ਜੇ ਥੋੜ੍ਹੀ ਜਿਹੀ ਇਹੋ ਜਿਹੀ ਬਣਾਤੀ, ਪਤਾ ਨਹੀਂ ਉਹ ਕੀ ਆਖੇਗਾ, ਆ ਕੀ ਕਰੇਗਾ। ਮਹਾਰਾਜ ਕਹਿੰਦੇ ਪਰਮਾਤਮਾ ਨਿਰਭਉ ਹੀ, ਔਰ ਉਹਨੂੰ ਭੈ ਕਿਸੇ ਦਾ ਨਹੀਂ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਦੱਸਦੇ ਨੇ, ਵਿਸ਼ੇਸ਼ਣ ਦੱਸਦੇ ਨੇ। ਉਹ ਪਰਮਾਤਮਾ ਕਿਉਂ ਜਿਹਾ ਹੈ, ਉਹਨੂੰ ਡਰ ਕਿਸੇ ਦਾ ਨਹੀਂ। ਜਿਹੜਾ ਉਹਦੇ ਨਾਲ ਜੁੜਦਾ, ਉਹਨੂੰ ਜਪਦਾ ਹੈ ਨਾ, ਉਹਦੇ ਭਉ ਸਾਰੇ ਮਿਟ ਜਾਂਦੇ। ਜੇ ਪਰਮਾਤਮਾ ਨੂੰ ਮਿਲਣਾ, ਇਹ ਪਰਮਾਤਮਾ ਵਾਲੇ ਗੁਣ, ਲਿਆਕੁਤਾ, ਮਾਰਗ, ਮਾਲਕ ਚੇਤੇ ਆ ਜਾਵੇ ਹਿਰਦੇ ਅੰਦਰ। ਇਹ ਚੀਜ਼ਾਂ ਵਸ ਜਾਣ ਨਾਮ ਪ੍ਰਭੂ ਦਾ, ਇਹ ਗੁਣ ਅੰਦਰ ਵਸਣਗੇ ਤਾਂ ਇਹਨਾਂ ਗੁਣਾਂ ਦੇ ਮਾਲਕ ਨਾਲ ਮਿਲਾਪ ਹੋਵੇਗਾ। ਮਾਲਕ ਦੇ ਗੁਣ ਨੇ, ਜਿਵੇਂ ਉਹ ਸਾਰਿਆਂ 'ਚ ਵਿਆਪਕ ਹੈ, ਤੈਨੂੰ ਉਹ ਨਜ਼ਰ ਆਵੇ। ਉਹ ਹਸਤੀ ਵਾਲਾ ਹੈ, ਤੈਨੂੰ ਪਤਾ ਲੱਗ ਜਾਏ ਤੂੰ ਮਿਟਣ ਵਾਲਾ ਹੈ। ਉਹ ਏਕੇ ਤੂੰ ਅਨੇਕਤਾ ਦੇ ਮੰਗਰ ਦੌੜੇ ਨਾ। ਉਹ ਚਾਨਣ ਮੁਨਾਰਾ ਹੈ, ਤੈਨੂੰ ਪਤਾ ਲੱਗ ਜਾਏ ਮੇਰੇ ਅੰਦਰ ਦਾ ਦੀਵਾ ਉਹਨੇ ਜਗਾਉਣਾ ਹੈ, ਫਿਰ ਬਾਹਰ ਥਾਂ ਥਾਂ ਤੇ ਭਟਕੇ ਨਾ। ਤੈਨੂੰ ਡਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਰਹਿ ਹੀ ਨਾ ਜਾਵੇ। ਇਹ ਤਾਂ ਹੋਵੇਗਾ ਜੇ ਉਹਨੂੰ ਜਪਿਆ, ਆਰਾਧਿਆ। ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਇਹ ਨਿਰਭਉ ਹੀ ਅਕਾਲ ਪੁਰਖ ਵਾਹਿਗੁਰੂ ਉਹਦਾ ਗੁਣ ਆ। ਤੇ ਜਿਹੜਾ ਐਸੇ ਗੁਣਾਂ ਵਾਲੇ ਨੂੰ ਜਪੇਗਾ, ਉਹਦੇ ਮਨ ਦੇ ਜਿੰਨੇ ਭੈ ਬਣੇ, ਡਰ ਬਣਿਆ ਨਾ, ਜਿੰਨੇ ਪ੍ਰਕਾਰ ਦਾ ਅੰਦਰ ਡਰ ਸੋ, ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਣਗੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਫਿਰ ਪ੍ਰਭੂ ਦੀ ਕਿਰਪਾ ਹੋਏਗੀ, ਪ੍ਰਾਣਾ ਧਾਰੀ ਜੀਵ ਦਾ ਛੁਟਕਾਰਾ ਹੋ ਜਾਵੇਗਾ। ਇਹ ਵੀ ਮੇਰੇ ਮਾਲਕ ਦਾ ਗੁਣ ਹੀ, ਉਹਦੇ ਅੰਦਰ ਭਾਉ ਕਿਸੇ ਦਾ ਨਹੀਂ, ਡਰ ਕਿਸੇ ਦਾ ਨਹੀਂ, ਨਿਰਭਉ ਹੈ। ਤੇ ਜਿਹੜਾ ਉਹਨੂੰ ਜਪਦਾ ਉਹਦੇ ਵਰਗਾ ਹੋ ਜਾਂਦਾ ਹੈ। ਜਿੱਥੇ ਉਹ ਨਿਰਭਉ ਹੈ, ਨਿਰਵੈਰ, ਉਸ ਮਾਲਕ ਦਾ ਵੈਰ ਹੀ ਕਿਸੇ ਦੇ ਨਾਲ ਨਹੀਂ। ਇਹ ਉਹਦਾ ਗੁਣ ਹੈ। ਔਰ ਉਹਦਾ ਵੈਰ ਹੀ ਕਿਸੇ ਨਾਲ ਨਹੀਂ। ਵੈਰੀ ਹੁੰਦਾ ਆ ਜਿਹੜਾ ਬਰਾਬਰ ਦਾ ਹੋਵੇ। ਡਰ ਹੁੰਦਾ ਹੈ ਆਪਣੇ ਤੋਂ ਤਕੜੇ ਦਾ, ਤਾਕਤ 'ਚ ਜ਼ਿਆਦੇ ਦਾ। ਨਾ ਉਹਦੇ ਨਾਲੋਂ ਕੋਈ ਵੱਡਾ ਤਾਕਤ ਬਾਰੇ, ਨਾ ਪਰਮਾਤਮਾ ਦੀ ਬਰਾਬਰ ਦਾ ਕੋਈ ਹੈ ਬਈ ਉਹਦਾ ਵੈਰੀ ਹੈ। ਔਰ ਪਤਾ ਨਹੀਂ ਕਦ ਹਮਲਾ ਕਰਦੇ, ਉਹਦੇ ਤੇ ਹਮਲੇ ਦਾ ਕੋਈ ਖਤਰਾ ਨਹੀਂ। ਤੇ ਉਹਦਾ ਗੁਣ ਆ, ਤੂੰ ਮਿਲਣਾ ਤਾਂ ਮਨੁੱਖ ਨੇ ਆ ਇੱਕ ਪਰਮਾਤਮਾ ਨੂੰ, ਤੇ
ਅਵਗਣ ਸਾਰੇ ਗੁਣ ਇੱਕ ਵੀ ਨੀਨਾ। ਸਤ ਚਿਤ ਹੈ ਨਾ ਨਾਮ ਹੈ, ਨਾ ਕਰਤੇ ਨੂੰ ਸਰਬ ਵਿਆਪਕ ਜਾਣਦਾ ਹੈ, ਨਾ ਇਹ ਨਿਰਭਉ ਹੋਇਆ ਨਾ ਇਹ ਨਿਰਵੈਰ ਹੋਇਆ। ਸਾਰੀਆਂ ਚੀਜ਼ਾਂ ਇਹਦੇ ਅੰਦਰ ਵਸਦੀਆਂ ਨੇ, ਅਜੇ ਮਾਲਕ ਦਾ ਰੂਪ ਹੋਣਾ ਚਾਹੁੰਦਾ ਹੈ। ਇਹਨਾਂ ਨੂੰ ਅੰਦਰੋਂ ਨਿਕਾਲ, ਕੱਢ ਦੇ ਅੰਦਰੋਂ, ਨਿਰਵੈਰ ਹੋ ਜਾ। ਇਹ ਉਹਦਾ ਗੁਣ ਹੀ। ਗੁਰੂ ਕਹਿੰਦੇ ਜੇ ਮੇਰੇ ਵਰਗਾ ਹੋਣਾ ਹੀ ਤੇ ਆ ਗੁਣਾਂ ਨੂੰ ਪਨਾ ਐਸ ਮਾਰਗ ਟੁਰ, ਮੇਰਾ ਰੂਪ ਹੋ ਜਾਏਗਾ। ਫਿਰ ਮਹਾਰਾਜ ਕਹਿੰਦੇ ਜਦੋਂ ਕੋਈ ਜਪਦਾ ਹੈ, ਮਾਲਕ ਦੇ ਮਾਰਗ ਤੇ ਤੁਰਦਾ ਹੈ, ਫਿਰ ਉਹਦੇ ਅੰਦਰ ਇਹ ਜਦੋਂ ਗੁਣ ਉਤਰਦੇ ਨੇ, ਉਹ ਕਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ। ਕਿਉਂਕਿ ਅੰਦਰੋਂ ਵੈਰ ਭਾਵਨਾ, ਵੈਰ ਬਿਰਤੀ ਹੀ ਨਸ਼ਟ ਹੋ ਗਈ। ਹੁਣ ਵੈਰੀ ਕੋਈ ਦਿਸਦਾ ਨਹੀਂ। ਜਿੰਨਾ ਚਿਰ ਅੰਦਰ ਵੈਰ ਭਾਵਨਾ ਹੈ ਨਾ, ਓਨਾ ਚਿਰ ਬਾਹਰ ਵੈਰੀ ਨਜ਼ਰ ਆਉਣਗੇ, ਦੁਸ਼ਮਣ ਨਜ਼ਰ ਆਉਣਗੇ, ਖਤਰਾ ਮਹਿਸੂਸ ਹੋਵੇਗਾ। ਜਿੱਦਣ ਅੰਦਰੋਂ ਵੈਰ ਭਾਵਨਾ ਮਿਟ ਗਈ, ਉਦਣ ਸਾਰੇ ਆਪਣੇ ਨਜ਼ਰ ਆਉਣਗੇ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੂ ਬਨ ਆਈ। ਉਹ ਨਿਰਵੈਰ ਹੈ। ਤੂੰ ਵੈਰ ਨਾ ਰਚਾ, ਨਿਰਵੈਰ ਹੋ। ਜਿਹਨੂੰ ਮਿਲਣਾ ਹੈ ਉਹੋ ਜਿਹਾ ਹੋਣਾ ਕਰ। ਅਕਾਲ ਮੂਰਤ, ਅਸੀਂ ਚਾਰ ਖਾਨੀਆਂ ਦੇ ਦੁਆਰਾ ਜਿੰਨੀ ਜਗਤ ਦੀ ਰਚਨਾ ਹੈ ਨਾ, ਪ੍ਰਕਿਰਤੀ ਬਣੀ ਆ, ਸਾਰੀ ਕਾਲ ਵਾਸੇ, ਸਾਰੀ ਕਾਲ ਦੇ ਅਧੀਨ ਨੇ। ਤੇ ਕਾਲ ਦੇ ਦੋ ਅਰਥ ਮੋਟੇ ਜੇ ਰੂਪ ਚ ਵਿਦਵਾਨ ਮਹਾਂਪੁਰਸ਼ ਕਰਦੇ ਨੇ। ਕਾਲ ਮੈਨੇ ਸਮਾਂ ਔਰ ਕਾਲ ਮੈਨੇ ਮੌਤ। ਕਾਲ ਦੇ ਅੰਦਰ ਹੈ, ਕਾਲ ਦੇ ਅਧੀਨ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ जोगी शिव कीयो, वेद राज ब्रह्मा जू थियो, जमन काल सब लोक सवारा। ਨਮਸਕਾਰ ਹੈ ਤਾਏ ਹਮਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮਹਾਰਾਜ ਸਮੇਂ ਦੇ ਅਧੀਨ ਸਭ ਕੁਝ ਕਰ ਦਿੱਤਾ, ਤੈਨੂੰ ਨਮਸਕਾਰ ਹੈ ਜਿਹਨੇ ਕਾਲ ਵੀ ਬਣਾਇਆ ਹੈ, ਸਮਾਂ ਵੀ ਬਣਾਇਆ ਹੈ, ਮੌਤ ਵੀ ਬਣਾਈ। ਸਭ ਕੁਝ ਸਮੇਂ ਦੇ ਅਧੀਨ ਹੈ। ਸਮੇਂ ਦੇ ਵਿੱਚ ਜਨਮ ਹੈ, ਸਮੇਂ ਦੇ ਵਿੱਚ ਜੀਵਨ ਹੈ, ਸਮੇਂ ਦੇ ਅਧੀਨ ਮ੍ਰਿਤੂ ਹੋ ਜਾਂਦੀ ਹੈ। ਸਮਾਂ ਮੁੱਕ ਗਿਆ, ਮੌਤ ਆ ਗਈ ਹੈ। ਮਹਾਰਾਜ ਕਹਿੰਦੇ ਉਹ ਅਕਾਲ ਹੈ, ਉਹਦੇ ਤੇ ਸਮਾਂ ਮੌਤ ਉਹਨੂੰ ਭੈ ਭੀਤ ਨਹੀਂ ਕਰ ਸਕਦੀ, ਉਹਨੂੰ ਡਰਾ ਧਮਕਾ ਨਹੀਂ ਸਕਦੀ। ਤੂੰ ਅਕਾਲ ਤਾਂ ਹੋਏਗਾ ਜੇ ਅਕਾਲ ਅਕਾਲ ਗਾਏਗਾ, ਅਕਾਲ ਦੇ ਮਾਰਗ ਤੇ ਆਏਗਾ, ਅਕਾਲ ਦੇ ਗੁਣਾਂ ਨੂੰ ਅਪਣਾਏਗਾ। ਉਹ ਗੁਣ, ਉਹ ਖੂਬੀਆਂ, ਨਿਸ਼ਾਨੀਆਂ ਤੇਰੇ ਕੋਲ ਹੋਣਗੀਆਂ। ਤੇਰੇ ਤੋਂ ਮਾੜਾ ਸਮਾਂ ਵੀ ਭੈ ਭੀਤ ਹੋ ਜਾਏਗਾ, ਡਰ ਜਾਏਗਾ। ਤੇਰੇ ਤੋਂ ਮੌਤ ਵੀ ਕੰਬੇਗੀ, ਥਰ ਥਰਾ ਜਾਏਗੀ। ਤੂੰ ਉਹਨੂੰ ਵੀ ਹਰਾ ਦੇਵੇਂਗਾ। ਤੈਨੂੰ ਤਾਂ ਹਰਾਇਆ ਦੁੱਖਾਂ ਨੇ, ਦਰਦਾਂ ਨੇ, ਮ੍ਰਿਤੂ ਨੇ, ਭਿਆਨਕ ਸਮੇਂ ਨੇ। ਤੂੰ ਰੱਬ ਨੂੰ ਨਹੀਂ ਪਾਇਆ। ਰੱਬ ਨੂੰ ਪਾ ਲਵੇਂ ਤੂੰ ਇਹਨਾਂ ਨੂੰ ਹਰਾ ਦੇਵੇਂਗਾ। ਪਰਮਾਤਮਾ ਅਕਾਲ, ਜਿਹਦੇ ਤੇ ਸਮਾਂ ਪ੍ਰਭਾਵ ਨਹੀਂ ਪਾ ਸਕਦਾ। ਅਸੀਂ ਕਾਲ ਕੇ ਬਣਾਏ ਸਭੇ ਕਾਲ ਹੀ ਚਬਾहेंगे। ਕਾਲ ਦੇ ਬਣੇ ਹੋਏ ਆ, ਕਾਲ ਨੇ ਖਾ ਜਾਣਾ। ਸਮੇਂ ਦੇ ਅੰਦਰ ਜਨਮ ਹੈ, ਸਮੇਂ ਨੇ ਨਿਗਲ ਜਾਣਾ, ਖਤਮ ਕਰ ਦੇਣਾ। ਪਰ ਪਰਮਾਤਮਾ ਇਹਨਾਂ ਨੂੰ ਬਣਾਉਣ ਵਾਲਾ ਹੈ। ਜਿਹੜਾ ਉਹਦਾ ਗੁਣ ਹੈ ਉਹਨੂੰ ਧਾਰਨ ਕਰਦਾ, ਉਹ ਅਕਾਲ ਹੋ ਜਾਂਦਾ, ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ। ਮੂਰਤ, ਹਸਤੀ, ਹੋਂਦ, ਆਪਣੀ ਹੋਂਦ ਜਿਹੜੀ ਹੋਂਦ ਨਹੀਂ ਹੈ, ਜਿਹਨੂੰ ਆਪਾਂ ਹੋਂਦ ਮੰਨੀ ਬੈਠੇ ਨਾ, ਇਹ ਸਰੀਰ ਸਦੀਵ ਕਾਲ ਨਹੀਂ। ਬਚਪਨੇ ਦਾ ਪਤਾ ਹੀ ਨਹੀਂ ਲੱਗਾ, ਪਹਿਲਾਂ ਜਨਮ ਨਹੀਂ ਸੀ ਤੇ ਜਨਮ ਹੋ ਗਿਆ। ਜਨਮ ਤੋਂ ਬਚਪਨੇ ਦਾ ਪਤਾ ਹੀ ਨਹੀਂ ਲੱਗਾ ਕਦੋਂ ਜਵਾਨੀ 'ਚ ਆ ਗਏ। ਤੇ ਜਿੰਨਾ ਮਰਜ਼ੀ ਜ਼ੋਰ ਲਵਾਈਏ, ਲਾਈ ਜਾਈਏ, ਦਵਾਈਆਂ ਖਾਈਏ, ਮੈਡੀਸਨ ਖਾਈਏ, ਹੋਰ ਔਰ ਨਿੱਕੜ ਸ਼ੁੱਕੜ ਬਹੁਤ ਕੁਝ ਖਾਈਏ, ਕਲਫਾਂ ਸ਼ਲਫਾਂ ਲਾਈਏ, ਚੰਗੀ ਬਲੀਚ ਬਲੂਚ ਕਰਾਈਏ, ਪਰ ਵਡਾਪੇ ਨੇ ਆ ਹੀ ਜਾਣਾ ਹੈ। ਸਦਾ ਜਵਾਨੀ ਨਹੀਂ ਰਹਿਣੀ, ਆਪਣੇ ਆਪ ਆ ਜਾਣੀ, ਜਿੰਨਾ ਮਰਜ਼ੀ ਜ਼ੋਰ ਲਾ ਲਾਈਏ। ਮਹਾਰਾਜ ਸਾਹਿਬ ਕਹਿੰਦੇ ਖਤਰਾ ਆਪਣੇ ਆਪ ਤਬਦੀਲੀ ਆਉਂਦੀ ਜਾਂਦੀ ਹੈ। ਤੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਮੌਤ ਨੇ ਵੀ ਆ ਹੀ ਜਾਣਾ ਹੈ।
ਇਹ ਤਨ ਨੇ ਮਿਟ ਜਾਣਾ, ਮਿਟਣ ਵਾਲੀ ਹਸਤੀ ਆ ਸਾਡੀ। ਪਰ ਪਰਮਾਤਮਾ ਦੀ ਜਿਹੜੀ ਹਸਤੀ ਆ ਨਾ, ਉਹ ਅਕਾਲ ਰਹਿਤ ਹੈ। ਸਾਡੀ ਮੂਰਤ ਜਿਹੜੀ ਬਣੀ ਆ ਨਾ, ਮੂਰਤ ਬਣਾਈ ਏ, ਪ੍ਰਿਤਮਾ ਬਣਾਈ ਏ, ਸਰੀਰ ਦੀ ਮੂਰਤੀ ਬਣਾਈ ਆ, ਸਰੀਰ ਦੀ ਤਸਵੀਰ ਬਣੀ, ਇਹਨੂੰ ਸਭ ਨੂੰ ਖਤਰਾ ਹੈ, ਇਹ ਮਿਟ ਸਕਦੀ। ਪਰ ਪਰਮਾਤਮਾ ਦੀ ਹੋਂਦ ਨੂੰ, ਹਸਤੀ ਨੂੰ ਕੋਈ ਖਤਰਾ ਨਹੀਂ। ਉਹ ਅਕਾਲ ਮੂਰਤ ਰਹਿਤ ਇਹਦੇ ਤੋਂ, ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ। ਖਤਰਾ ਹੈ ਸਾਡੀ ਹੋਂਦ ਨੂੰ, ਸਾਡੀ ਹੋਂਦ ਨੂੰ ਖਤਰਾ ਹੈ। ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਉਹਦੀ ਹਸਤੀ ਨੂੰ ਕੋਈ ਖਤਰਾ ਨਹੀਂ। ਮਹਾਰਾਜ ਕਹਿੰਦੇ ਆਜ਼ੂਨੀ, ਅਸੀਂ ਜਨਮਦੇ ਹਾਂ, ਅਸੀਂ ਜੂਨੀਆਂ ਦੇ ਵਿੱਚ ਹਾਂ। ਕਈ ਜਨਮ ਬੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਪਰ ਪਰਮਾਤਮਾ ਅਜੂਨੀ, ਉਹ ਜੂਨਾ ਤੋਂ ਰਹਿ ਤੇ ਅਜਨਮਾ ਹੈ। ਔਰ ਉਹਦੀ ਕੋਈ ਮਾਂ ਨਹੀਂ, ਤਾਤਾ ਹੈ ਨਾ ਮਾਤਾ ਹੈ, ਨਾ ਮਾਂ ਹੈ ਨਾ ਪਿਤਾ, ਨਾ ਤਾਤਾ ਹੈ ਨਾ ਮਾਤਾ ਹੈ, ਕੁਝ ਵੀ ਨਹੀਂ। ਫਿਰ ਹੈ ਕੀ? ਸਹਿ ਭੰਗ, ਜਿਹਨੂੰ ਵਿਦਵਾਨ ਕਹਿੰਦੇ ਸੰਭੋ, ਸੋਤੇ ਪ੍ਰਕਾਸ਼ ਆਪਣੇ ਆਪ ਤੋਂ। ਉਹਨੂੰ ਕੋਈ ਜਨਮ ਦੇਣ ਵਾਲਾ ਨਹੀਂ, ਉਹਦੀ ਕੋਈ ਪਰਵਰਿਸ਼ ਕਰਨ ਵਾਲਾ ਨਹੀਂ। ਉਹ ਆਪਣੇ ਆਪ ਤੋਂ, ਉਹ ਸਾਰਿਆਂ ਦਾ ਸਭ ਕੁਝ ਹੈ ਔਰ ਸਾਰਿਆਂ ਨੂੰ ਸਭ ਕੁਝ ਦੇਣ ਵਾਲਾ, ਬੰਤਰ ਬਣਾਉਣ ਵਾਲਾ, ਉਹਦੀ ਬੰਤਰ ਕੋਈ ਨਹੀਂ ਬਣਾਉਣ ਵਾਲਾ। ਉਹ ਆਪਣੇ ਆਪ ਤੋਂ ਪੈਦਾ ਹੋਇਆ ਅਜਨਮਾ ਹੈ। ਅਕਾਲ ਕਹੋ, ਖੁਦਾ ਕਹੋ, ਅੱਲਾ ਕਹੋ, ਰਾਮ ਕਹੋ, ਭਗਵਾਨ ਕਹੋ, ਵਾਹਿਗੁਰੂ ਕਹੋ, ਨਿਰਗੁਣ ਕਹੋ। ਔਰ ਉਹ ਜਿਹੜਾ ਆਪਣੇ ਆਪ ਤੋਂ ਹੈ ਔਰ ਉਹਨੂੰ ਕਿਸੇ ਦਾ ਭੈ ਨਹੀਂ। ਉਹਦੀ ਪ੍ਰਾਪਤੀ ਕਿਵੇਂ ਆ? ਗੁਰ ਚੇਤਨ ਸਰੂਪ, ਉਹਨੂੰ ਚਿਤਵੀਏ, ਉਹਦਾ ਚਿੰਤਨ ਕਰੀਏ, ਉਹਦਾ ਸਿਮਰਨ ਕਰੀਏ, ਉਹਦੀ ਆਰਾਧਨਾ ਕਰੀਏ। ਫਿਰ ਉਹ ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਅੰਧਕਾਰ ਹੈ ਨਾ, ਗੁਮੈਨੇ ਅੰਧੇਰਾ ਹੁੰਦਾ ਹੈ, ਉਹ ਹਿਰਦੇ ਰੂਹ ਦੇ ਵਿੱਚ ਪ੍ਰਕਾਸ਼ ਕਰ ਦੇਵੇਗਾ। ਰੂਹ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗੀ, ਪ੍ਰਕਾਸ਼ ਵਾਲੀ ਹੋ ਜਾਏਗੀ। ਫਿਰ ਪ੍ਰਸਾਦ ਕਹੀਏ ਆਨੰਦ ਸਰੂਪ ਹੈ। ਜਦੋਂ ਅੰਦਰ ਪ੍ਰਕਾਸ਼ ਹੋਇਆ, ਚਾਨਣਾ ਹੋ ਗਿਆ, ਮਹਾਰਾਜ ਕਹਿੰਦੇ ਜੀਵਨ ਆਨੰਦਮਈ ਹੋ ਜਾਵੇਗਾ। ਆਨੰਦ ਆਨੰਦ ਸਭ ਕੂ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਔਰ ਗੁਰੂ ਦੀ ਕਿਰਪਾ ਹੁੰਦੀ ਉਹ ਆਨੰਦ ਮਿਲਦਾ ਹੈ ਜਿਹਦਾ ਕੱਟਣ ਵਾਲਾ ਕੋਈ ਸ਼ਬਦ ਨਹੀਂ ਬਣਿਆ, ਔਰ ਉਹ ਜਿਹਦਾ ਵਿਪਰਜੇ ਕੋਈ ਸ਼ਬਦ ਨਹੀਂ, ਉਲਟਾ ਕੋਈ ਸ਼ਬਦ ਨਹੀਂ। ਔਰ ਪ੍ਰਾਪਤੀ ਐਸੇ ਇੱਕ ਦੀ ਤਾਂ ਆ, ਇਹ ਗੁਣਾਂ ਨੂੰ ਧਾਰਨ ਕਰਕੇ ਹਉਮੈ ਨਾ ਕਰੀ। ਮਹਾਰਾਜ ਮੇਰ ਕਰਦੇ ਨੇ, ਗੁਰੂ ਦੀ ਕਿਰਪਾ ਮੰਗੀ, ਵੈਗੁਰੂ ਮੇਰੇ ਤੇ ਕਿਰਪਾ ਕਰੋ, ਸਤਿਗੁਰ ਪ੍ਰਸਾਦ ਕਿਰਪਾ ਕਰੋ, ਦੀਨ ਕੇ ਦਾਤੇ ਮੇਰੇ ਤੇ ਕਿਰਪਾ ਕਰੋ, ਰਹਿਮਤ ਵਰਸਾਓ। ਉਹ ਕਿਰਪਾ ਕਰੇ। ਇਹ ਮਹਾਮੰਗਲ ਉਚਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਸਲੋਕ ਵਾਰਾਂ ਤੇ ਵਧੀਕ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ ਆ, ਤੇ ਸਲੋਕ ਛੰਦ ਦਾ ਨਾਮ ਹੈ। ਸਲੋਕ ਇੱਕ ਮੁਕਤੀ ਵੀ ਹੈ, ਔਰ 4 ਮੁਕਤੀਆਂ ਵਿਦਵਾਨਾਂ ਨੇ ਮੰਨੀਆਂ ਨੇ। ਸਲੋਕ, ਸਰੂਪ, ਸਮੀਪ, ਸਯੋਜ, ਇਹਨਾਂ 4 ਵਿੱਚੋਂ ਇੱਕ ਮੁਕਤੀ ਦਾ ਨਾਂ ਹੈ। ਸਲੋਕ ਇੱਕ ਛੰਦਾਬੰਦੀ ਦਾ ਨਿਯਮ ਹੈ, ਤੇ ਵਾਰਾਂ ਤੇ ਵਧੀਕ ਇਹਦਾ ਸਰਲੇਖ ਕੀਤਾ ਗਿਆ। ਜਿਹੜੀਆਂ 22 ਵਾਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਇਹ ਪੌੜੀਆਂ ਰੂਪ ਸਨ। ਸਾਰੀਆਂ ਵਾਰਾਂ ਪੌੜੀਆਂ ਰੂਪ ਸਨ। ਸਲੋਕ ਤੇ ਮਹੱਲੇ ਜਿੰਨੇ ਸਨ, ਇਹ ਸਾਰੇ ਖੁੱਲੇ ਸਨ। ਖੁੱਲੇ ਤੋਂ ਮਤਲਬ ਇਹਨਾਂ ਵਿੱਚ ਨਹੀਂ ਸੀ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇਨ ਦੁਨੀ ਦੇ ਮਾਲਕ ਦਾਤਾਰ ਪ੍ਰਭੂ ਜੀ ਨੇ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ, ਉਦੋਂ ਨਾਲ ਜੁੜਦੇ ਹੋਏ ਮਹੱਲੇ ਤੇ ਸਲੋਕ ਵਾਰਾਂ ਵਿੱਚ ਲਾਏ। ਔਰ ਵਾਰਾਂ ਖੁੱਲੇ ਰੂਪ ਵਿੱਚ ਸਨ, ਮਹੱਲੇ ਸਲੋਕ ਖੁੱਲੇ ਰੂਪ ਸਨ। ਸਲੋਕ ਤੇ ਮਹੱਲੇ ਨਾਲ ਜੋੜੇ, ਔਰ ਜੋੜ ਕੇ ਜਿੰਨੇ ਵਾਰਾਂ ਵਿੱਚ ਸਮਾਏ ਗਏ ਵਾਧੇ ਲਿਖ ਦਿੱਤੇ ਗਏ।
इन्हां तो अगे धन गुरु अर्जन देव महाराज ने मुंदामणी ते श्लोक महला पंजवा लिख दिता। धन गुरु कलगीधर पिता महाराज ने जद तक श्री दमदमा साहिब दे धरती ते आए, धन गुरु ग्रंथ साहिब महाराज जी की संपादना कराई ना, जिन्हों दमदमी बीड़ कहने। दमदमा साहिब विखे धन गुरु अर्जन देव महाराज साहब ने जो स्वरूप लिखाए, उहदे भाई गुरदास साहब भल्ले लिखारी सन। भाई गुरदास जी भल्ले चों, और वो लिखारी सन ते गुरु अर्जन देव महाराज लिखवाउंदे सन। दमदमा साहब तलवंडी साबो विखे धन गुरु गोबिंद सिंह महाराज सच्चे पातशाह जदों तख्त नूं सामने जाने हो, एक स्थान का नाम है गुरुद्वारा लिखनसर साहिब। उत्थे तंबू लग के उत्थे गुरु गोबिंद सिंह महाराज ने गुरु ग्रंथ साहिब महाराज दे स्वरूप लिखवाए सन उस जगह ते। ते उत्थे महाराज ने भाई मनी सिंह साहब नूं लिखारी लाया। आप लिखवाउंदे ने जिन्नी शाही ते कलमा नाल सहायक लिखारी, और बाबा दीप सिंह लगे। बाबा दीप सिंह उदों जेड़ा पावन स्वरूप लिखवाया गया ना, और गुरु गोबिंद सिंह महाराज ने उस समय महाराज ने धन गुरु तेग बहादुर साहब की बाणी पहला गुरु ग्रंथ साहब महाराज अंदर नहीं सी चढ़ी हुई है सलोक, और वो जगह सी। फिर आके उस जगह ते वारां ते वधीक ते मुदावणी तो पहला धन गुरु कलगीधर पिता महाराज ने श्लोक महला नामा अंकित किया। और फिर ये हुण वारां तो बाद नावें महल्ले दे श्लोक आरंभ होंदे ने, और वो वारां तो वधे हुए बचे हुए जिहड़े श्लोक सी ना, वो धन गुरु अर्जन देव महाराज सच्चे पातशाह जी ने इस जगह ते अंकित कर दिते। गुरु बाणी रूप सन ते गुरबाणी है, और गुरबाणी दे रूप सन। गुरता गद्दी प्राप्त इन्हां नूं भी ये ना कि शंका कर लियो जी तां जी वधी हुई चीज़ है, नहीं। जिहड़े वध गए सी ना वारां विच ना और समूए, वो गुरबाणी नूं अगे इस सरलेख हेठ लिख दिता। ते लिखदिआं सब तो पहला गुरु नानक देव महाराज जी की बाणी अंकित की। इहदे बाबत विद्वाना ने सिद्धांत रूप एक ही आ, थोड़ा थोड़ा जिहा माड़ा माड़ा फर्क मिलता है। एक तो लिखता है बई दो सखियां की गल हो रही आ, ते एक सखी एक सहेली दूजी नूं अपनी सस की बाबत उपदेश दे रही। ते जेड़े विद्वान महापुरुष और पढ़ाउंदे ने टकसाल दे अंदर, उन्होंने ये गल पढ़ाई ते अंकित की आ। वो कहते धन गुरु नानक देव महाराज सच्चे पातशाह ने बड़ा सोहना हवाला दिता। हुण जे उन्हां सज्जनां दी मान लीए कौन सखी ते किहड़ी सखी नूं किन्नू कारण की बनिया, ते उन्होंने बड़ी सोहनी एक साखी घटना अंकित की विद्वाना महापुरुषां ने। कहते गुरु नानक देव महाराज संगला दीप दे अंदर जद दूजी वार गए, एक वार पहला गए, दूजी वार गए जदों, उत्थों दा राजा शिवनाभ सी जो पहला जाके आए, तो जो दूजी वार गए तो शिवनाभ प्रभुपुर पियाना कर चुका सी, चढ़ाई कर गया सी। वो शिवनाभ दी राणी दा नाम सीगा और जिहड़ी चंद्र कला, ते शिवनाभ दे पुत्र दा नाम सी राय सिंह। और उन्हें अपना पुत्र विआह लिया सी राजे तो बाद, राजपाट की मालकन होने करके उहदी नौं दा नाम सी चंद्रकांता। जदों दूजी वार गुरु नानक साहब महाराज गए ना, ये गल तुहाडे सौखी समझण वास्ते ते समझाउण वास्ते विद्वाना ने उत्थानका भूमिका उबाचा जिहड़ी लिखी है। और वो जदों गए ते राणी नूं पता लग्या, चंद्रकला नूं, शिवनाभ दी घरवाली नूं
ਗੁਰੂ ਨਾਨਕ ਸਾਹਿਬਾਂ ਆਏ, ਜਿਨ੍ਹਾਂ ਦੇ ਕਾਰਨ ਮੇਰਾ ਪਤੀ ਔਰ ਮੈਂ, ਮੇਰਾ ਰਾਜ ਭਾਗ ਸਭ ਅਸੀਂ ਸੁੱਖਾਂ ਨਾਲ ਵਸਦੇ ਹਾਂ। ਜਿਨ੍ਹਾਂ ਸਾਡੇ ਤੇ ਪਹਿਲਾਂ ਵੀ ਕਿਰਪਾ ਕੀਤੀ ਸੀ, ਉਹ ਬੇਅੰਤ ਪਦਾਰਥ ਲੈ ਕੇ ਆਈ, ਨਾਲ ਨੂੰਹ ਪੁੱਤਰ ਨੂੰ ਵੀ ਲਿਆਈ, ਹੋਰ ਨਾਲ ਜਿਹੜੀ ਸੰਗਤ ਵੀ ਆਈ। ਉਹਨੇ ਪਦਾਰਥ ਧਰ ਕੇ ਸਾਹਿਬ ਅੱਗੇ ਨਮਸਕਾਰ ਕੀਤੀ ਤੇ ਉਹਨੇ ਚਰਨਾਂ ਤੇ ਸਿਰ ਧਰਿਆ, ਪੁੱਤਰ ਨੇ ਸੀਸ ਝੁਕਾਇਆ। ਪਰ ਨੂੰਹ ਜਿਹੜੀ ਸੀ ਨਾ, ਚੰਦਰ ਕਾਂਤਾ ਜਿਹੜੀ ਸੀ ਉਹਦੀ ਨੂੰਹ ਚੰਦਰ ਕਲਾ ਦੀ, ਔਰ ਉਹਨੇ ਸਿਰ ਨਾ ਝੁਕਾਇਆ, ਉਹਨੇ ਸਿਰ ਨਾ ਝੁਕਾਇਆ। ਤੇ ਔਰ ਸ਼ਿਵਨਾਭ ਦੀ ਰਾਣੀ ਨੇ ਜਾਣਿਆ ਬਈ ਇਹਨੇ ਸਤਿਗੁਰਾਂ ਦਾ ਨਿਰਾਦਰ ਕੀਤਾ, ਚੰਗੀ ਗੱਲ ਨਹੀਂ, ਇਹ ਹਉਮੈ ਵਿੱਚ ਮੱਤੀ ਗਈ, ਅੰਦਰ ਹੰਕਾਰ ਲਿਆ। ਉਹਨਾਂ ਦਾ ਆਪਸ 'ਚ ਜੋ ਸੱਸ ਨੇ ਨੂੰਹ ਨੂੰ ਸਮਝਾਇਆ, ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਸਮਝਾ ਦਿੱਤਾ। ਉਹਨੂੰ ਆਧਾਰ ਬਣਾ ਕੇ ਪਹਿਲੇ ਪਾਤਸ਼ਾਹ ਮਹਾਰਾਜ ਦੇ ਬੋਲ ਨੇ, ਔ ਤੰਗੀ ਪੈ ਔ ਹਰੀ ਗਹਿਰੀ ਗੰਭੀਰੀ। ਕਹਿਣ ਲੱਗੇ ਔ ਤੰਗੀ, ਔਰ ਜਿਹੜੀ ਬਹੁਤ ਜ਼ਿਆਦਾ ਔਰ ਉੱਚੇ ਅੰਗਾਂ ਵਾਲੀ, ਆਪਣੇ ਆਪ ਨੂੰ ਉੱਚਾ ਮਰਾਤਬਾ ਰਾਣੀ ਹੋਣ ਦੇ ਜਾਣਦੀ ਤੇ ਉਚਾਈ ਨੂੰ ਛੂਹਣ ਵਾਲੀ, ਪੈ ਔ ਹਰੀ। ਔਰ ਕਹਿਣ ਲੱਗੀ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਔ ਹਰੀ, ਔਰ ਉਹਨਾਂ ਦੇ ਚਰਨਾਂ ਤੇ ਪੈਰਾਂ ਤੇ ਚਰਨਾਂ ਤੇ ਕਿਉਂ ਨਹੀਂ ਨਮਸਕਾਰ ਕੀਤੀ। ਔਰ ਗਹਿਰੀ ਗੰਭੀਰੀ, ਔਰ ਤੂੰ ਆਪਣੇ ਆਪ ਨੂੰ ਉੱਚੀ ਵੱਡੀ ਜਾਣ ਕੇ, ਵੱਡੇ ਅੰਗਾਂ ਵਾਲੀ ਜਾਣ ਕੇ, ਮਰਾਤਬੇ ਵਾਲੀ ਜਾਣ ਕੇ ਕਿਉਂ ਨਾ ਨਮਸਕਾਰ ਕੀਤੀ। ਜੇ ਨਮਸਕਾਰ ਕਰਦੀਆਂ ਤੇ ਤੂੰ ਗਹਿਰੀ, ਔਰ ਉਹਨਾਂ ਦੇ ਗਹਿ ਮਾਇਨਾ ਹੁੰਦੇ ਪਕੜਨੇ ਰੀ ਹੈ, ਤੂੰ ਚਰਨ ਪਕੜ ਤੇ ਤੂੰ ਨਿਰਹਲ ਹੋ ਜਾਂਦੀ, ਰਾਜ ਨਿਰਹਲ ਹੋ ਜਾਂਦਾ, ਤੇ ਕੋਈ ਹਿਲਾਉਣ ਵਾਲਾ ਨਾ ਹੁੰਦਾ, ਗੰਭੀਰਤਾ ਵਾਲੀ ਹੋ ਜਾਂਦੀ, ਗਹਿਰੇਪਨ ਵਾਲੀ ਹੋ ਜਾਂਦੀ। ਇੰਨੀਆਂ ਜੜ੍ਹਾਂ ਡੂੰਘੀਆਂ ਲੱਗ ਜਾਂਦੀਆਂ, ਕੋਈ ਪੱਟਦਾ ਹੀ ਨਾ। ਔਰ ਕਹਿਣ ਲੱਗੀ ਸਸੜ ਸੋਈਆ ਕਿਵਕਾਰੀ ਨਿਵਰਨਾ ਜਾਏ ਥਣੀ। ਫਿਰ ਉਹ ਚੰਦਰਕਾਂਤਾ ਜਿਹੜੀ ਆਪਣੀ ਸੱਸ ਨੂੰ ਕਹਿੰਦੀ, ਸਸੜ, ਹੇ ਮੇਰੀ ਸਾਸੂ ਮਾਂ, ਹੇ ਸੱਸ, ਸੁਹੀਆ ਮੈਂ ਨਾ ਨਮਸਕਾਰ ਕਰਨਾ ਇੱਥੇ। ਔਰ ਸੁਈਆ ਕਿਵ ਕਰੀ, ਮੈਂ ਕਿਵੇਂ ਨਮਸਕਾਰ ਕਰਦੀ, ਕਿਉਂ? ਨਿਵਰਨਾ ਜਾਏ ਥਾਣੀ, ਔਰ ਮੈਂ ਬੱਚੇ ਦੀ ਮਾਂ ਬਣਨ ਵਾਲੀ ਹਾਂ, ਮੇਰਾ ਸਰੀਰ ਦੀ ਹਾਲਤ ਕੁਝ ਇਹੋ ਜਿਹੀ ਹੈ ਜਿਹਦੇ ਕਰਕੇ ਨਮਸਕਾਰ ਨਹੀਂ ਮੈਂ ਕੀਤੀ, ਕਿਵੇਂ ਕਰਦੀ? ਤੇ ਜਿਹੜੀ ਸੱਸ ਸੀ ਉਹਨੂੰ ਪਤਾ ਸੀ ਹਉਮੈ ਵਿੱਚ ਮੱਤੀ ਹੈ, ਇਸ ਕਰਕੇ ਨਹੀਂ ਕਰ ਰਹੀ, ਇਹ ਸਰੀਰ ਦੀ ਕੁਝ ਐਸੀ ਹਾਲਤ ਹੋਣ ਕਰਕੇ ਨਹੀਂ ਨਮਸਕਾਰ ਕਰਦੀ, ਇਹ ਤਾਂ ਹਉਮੈ ਵਿੱਚ ਮੱਤੀ ਗਈ ਆ, ਇਹ ਉਸ ਕਰਕੇ ਨਹੀਂ ਕਰਦੀ। ਫਿਰ ਕਹਿੰਦੇ ਗੱਚ ਜੇ ਲੱਗਾ ਗਿੜਵਾੜੀ ਸਖੀਏ ਧੌਲਾ ਹਰੀ। ਅੱਗੋਂ ਫਿਰ ਉਸ ਸੱਸ ਨੇ ਕਿਹਾ, ਕਹਿ ਲੱਗੀ ਦੇਖ ਚੂਨੇ ਗੱਚ ਹੋਏ ਵੱਡੇ ਵੱਡੇ ਜਿਹੜੇ ਅਟਾਰੀਆਂ ਨੇ, ਮਹੱਲ ਨੇ, ਧੌਲਾ ਹਰੀ ਵੱਡੇ ਵੱਡੇ ਮੰਦਰ ਬਣੇ ਨੇ, ਔਰ ਬਹੁਤ ਉਹਨਾਂ ਦੀਆਂ ਕੰਧਾਂ ਉੱਚੀਆਂ ਤੇ ਬੁਲੰਦੀਆਂ ਅਟਾਰੀਆਂ ਨੇ। ਕਹਿ ਲੱਗੀ ਸਖੀਏ, ਹੇ ਸਹੇਲੀ ਰੂਪ ਨੂੰ ਰਾਣੀਏ, ਧੌਲਾ ਹਰੀ ਉਹ ਵੱਡੇ ਵੱਡੇ ਧੌਲਰ ਜਿਹੜੇ ਨੇ ਆਪਣੇ ਆਪ ਨੂੰ ਉੱਚੇ ਸਨ, ਪਰ ਗੱਚ ਜੇ ਲੱਗਾ ਗਿੜਵੜੀ, ਜਿਹੜਾ ਕਹਿਣ ਲੱਗੇ ਚੂਨੇ ਗੱਚ ਮੰਦਰ ਬਣੇ, ਵੱਡੇ ਵੱਡੇ ਮੱਕੇ ਕਾਬੇ ਬਣੇ, ਜਿਹਦੇ ਚਰਨਾਂ ਤੇ ਝੁਕਣ ਤੋਂ ਤੂੰ ਨਕਾਰ ਪਈ ਕਰਦੀਆਂ ਨਾ, ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਉਹ ਝੁਕੇ। ਕਾਬਾ ਮੱਕਾ ਰਹਿੰਦੇ ਵੱਡੇ ਵੱਡੇ ਪੁਜਾਰੀ ਲੋਕ ਵੀ ਆ ਕੇ ਝੁਕੇ, ਤੂੰ ਕਿਉਂ ਨਹੀਂ ਝੁਕਦੀ ਪਈ? ਕੁਝ ਪਾ ਲਵੇਂਗੀ ਤੂੰ ਤਾਂ ਉਚਾਈ, ਆਪਣੇ ਆਪ ਨੂੰ ਉੱਚਾ ਸਮਝਦੀ ਆ, ਤੇ ਉੱਚਾ ਉਹ ਜਿਹੜਾ ਚਰਨਾਂ ਤੇ ਝੁਕ ਜਾਵੇ, ਜਿਹੜਾ ਝੁਕੇ ਨਾ ਟੁੱਟ ਜਾਂਦਾ ਈ, ਔਰ ਤੂੰ ਕਿਉਂ ਨਹੀਂ ਝੁਕਦੀ? ਸੇ ਭੀ ਢੈਂਦੇ ਡਿਠ ਮੈਂ ਮੁੰਧਨਾ ਗਰਭ ਥਾਣੀ। ਕਹਿ ਲੱਗੀ ਸੇ ਉਹ ਵੱਡੀਆਂ ਵੱਡੀਆਂ ਅਟਾਰੀਆਂ ਤੇ ਮਹੱਲ। ਸੱਸ ਕਹਿਣ ਲੱਗੀ ਹੇ ਨੌ ਰਾਣੀਏ, ਉਹ ਵੀ ਮੈਂ ਢੈਂਦੇ ਡਿਠ ਮੈਂ ਉਹ ਡਿੱਗਦੇ ਹੋਏ ਮਹੱਲ ਦੇਖੇ,
ਵੱਡੇ ਵੱਡੇ ਬੁਲੰਦੀਆਂ ਨੂੰ ਛੂਹਣ ਵਾਲੇ, ਜਿਹੜੇ ਝੁਕੇ ਨਹੀਂ, ਝੁਕਣਾ ਨਹੀਂ ਜਾਣਦੇ ਸਨ, ਉਹ ਬਰਬਾਦ ਹੋ ਗਏ। ਹੇ ਮੁਗਧ ਮੰਤਰ ਹੋਈ, ਆਪਣੀ ਜਵਾਨੀ ਦੇ ਨਸ਼ੇ ਵਿੱਚ, ਹੰਕਾਰ ਵਿੱਚ ਮੱਤੀ ਹੋਈ, ਔਰ ਤੂੰ ਐਸਾ ਕਿਉਂ ਕਰਦੀ ਆਂ ਕਿ ਖਤਮ ਹੋ ਜਾਣ ਵਾਲੀਆਂ ਗੱਲਾਂ ਤੂੰ ਉਸ ਪਰਮਾਤਮਾ ਦੇ ਚਰਨਾਂ ਤੇ ਝੁਕ। ਤੇਰੇ ਸਰੀਰ ਦੀ ਬਨਾਵਟ ਅਵਸਥਾ ਹੋਣ ਕਰਕੇ ਨਹੀਂ, ਤੂੰ ਹਉਮੈ ਕਰਕੇ ਨਹੀਂ ਝੁਕ ਰਹੀ। ਮਹਾਰਾਜ ਸਾਹਿਬ ਕਹਿੰਦੇ ਔ ਤੰਗੀ ਪੈ ਔ ਹਰੀ, ਔਰ ਬੜੀਆਂ ਉੱਚੀਆਂ ਉਟਾਰੀਆਂ ਤੇ ਉੱਚੀਆਂ ਬੁਲੰਦੀਆਂ ਨੂੰ ਸ਼ੋਭੇ ਸੁਰਤ। ਉਹ ਉੱਚਾ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਜੁੜ। ਗਹਿਰੀ ਗੰਭੀਰੀ ਬੜਾ ਗਹਿ ਗਹਿ ਮੈਨਾ ਪਕੜ, ਸੁਰਤ ਦੇ ਨਾਲ ਸ਼ਬਦ ਨੂੰ ਪਕੜ ਤੇ ਗੰਭੀਰਤਾ ਵਾਲਾ ਹੋ ਜਾਏਗਾ, ਗਹਿਰਾਈਆਂ ਨੂੰ ਛੂਵੇਂਗਾ, ਨਿਰਹਲ ਹੋ ਜਾਵੇਂਗਾ। ਜਿਹੜਾ ਇੱਧਰ ਉੱਧਰ ਭਟਕਦਾ ਫਿਰਦਾ ਹੈ ਨਾ, ਕਦੇ ਭਟਕੇਗਾ ਨਹੀਂ। ਔਰ ਸਸੜ ਸੁਈਆ ਕਿਵ ਕਰੀ, ਔਰ ਜਿਹੜੇ ਰੱਬ ਦੇ ਪਿਆਰੇ ਔਰ ਉਪਦੇਸ਼ ਕਰਤਾ ਜਾਂ ਗੁਰੂ ਸਾਹਿਬ ਕਹਿ ਲੱਗੇ ਕਿਵ ਕਰੀ ਨਿਵੜਨਾ ਜਾਏ ਥਣੀ, ਤੂੰ ਉਹਨਾਂ ਨੂੰ, ਰੱਬ ਦੇ ਮਾਰਗ ਦੇ ਮੁਤਲਾਸ਼ੀਆਂ ਨੂੰ, ਦਸਨਹਾਰਿਆਂ ਨੂੰ, ਭਲਾ ਕਰਨ ਵਾਲਿਆਂ ਨੂੰ ਕਿਉਂ ਨਾ ਨਮਸਕਾਰ ਕੀਤੀ। ਅੰਦਰ ਤੇਰੀ ਹਉਮੈ ਪਦਾਰਥਾਂ ਦੇ ਔਰ ਹਉਮੈ ਆ ਗਈ, ਇਹਨਾਂ ਦੇ ਪੱਲੇ ਕੁਝ ਨਹੀਂ, ਮੇਰੇ ਪੱਲੇ ਸਭ ਕੁਝ ਹੈ। ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਵੱਡੇ ਵੱਡੇ ਧੌਲਰ ਮੰਦਰ ਬਣਾਏ, ਵੱਡੀਆਂ ਵੱਡੀਆਂ ਦੁਆਰਾ ਚੂਨੇ ਗੱਚ ਬਣਾਈਆਂ ਗਈਆਂ। ਸੇਪੀਏ ਢੈਂਦੇ ਡਿੱਠ ਮੈਂ ਉਹ ਵੱਡੇ ਵੱਡੇ ਮੁਨਾਰ ਡਿੱਗਦੇ ਹੋਏ ਦੇਖੇ। ਜਿਹੜੇ ਝੁਕੇ ਨਹੀਂ, ਜਿਹੜੇ ਗੁਰੂ ਨੂੰ ਪ੍ਰਵਾਨਿਤ ਨਹੀਂ ਹੋਏ, ਉਹ ਵੱਡੇ ਵੱਡੇ ਕਿਲਿਆਂ ਦਾ ਨਾਮੋ ਨਿਸ਼ਾਨ ਮਿਟ ਗਿਆ। ਜਿਹੜੇ ਗੁਰੂ ਤੋਂ ਦੂਰ ਰਹਿ ਗਏ, ਜਿਹੜੇ ਨਿਗੂਣੀਆਂ ਦੀਆਂ ਜਗ੍ਹਾ ਤੇ ਗੁਰੂ ਦੀ ਕਿਰਪਾ ਹੋ ਗਈ, ਉਹ ਜਗ੍ਹਾਵਾਂ ਪੂਜਨੀਕ ਬਣ ਗਈਆਂ। ਉੱਥੇ ਲੋਕ ਝੁਕਦੇ, ਉਹ ਇਤਿਹਾਸ ਦੇ ਪੰਨਿਆਂ ਤੇ ਆ ਗਈਆਂ। ਤੇ ਜਿਹੜੇ ਵੱਡੇ ਵੱਡੇ ਹਕੂਮਤਾਂ ਦੇ ਕਿਲੇ ਸਨ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਔਰ ਕਹਿਣ ਲੱਗੇ ਸੇ ਭੀੜ ਢੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਤੂੰ ਪਦਾਰਥਾਂ ਦਾ ਹੰਕਾਰ ਨਾ ਕਰ, ਔਰ ਐਸਾ ਉੱਚਾ ਹੋਣ ਦੀ ਸੋਚਣਾ, ਪਰਮਾਤਮਾ ਨਾਲ ਜੁੜ। ਤੇ ਅੱਗੋਂ ਫਿਰ ਉਹਨਾਂ ਕਿਹਾ, ਕਹਿੰਦੇ ਸੁਣ ਮੁੰਦੇ ਹਰ ਨਾਖੀਏ ਗੂੜਾ ਵੈਣ ਆਪਾਰ। ਕਹਿਣ ਲੱਗੇ ਹੇ ਮੁੰਦੇ ਔਰ ਮੁਗਧ ਮੰਤਰ ਹੋਈਏ, ਜਿਹਦੇ ਨੇਤਰਾਂ ਦੀ ਬੜੀ ਸੁੰਦਰ ਛਵੀ, ਹਰਨ ਦੀਆਂ ਅੱਖਾਂ ਵਰਗੇ ਨੇਤਰ ਨੇ। ਕਹਿ ਲੱਗੇ ਗੂੜਾ ਵੈਣ ਅਪਾਰ, ਗੂੜਾ ਗੁਪਤ, ਜਿਹੜਾ ਤੇਰੇ ਅੰਦਰ ਗੁਪਤ ਗੂ ਹੈ, ਵੈਣ ਅਪਾਰ। ਤੂੰ ਬਚਨ ਉਚਾਰ ਬੋਲ ਪਰਮਾਤਮਾ ਦੇ, ਔਰ ਉਸਤਤ ਅੰਦਰ ਇਹ ਅਪਾਰ ਪਾਰਾਵਾਰ ਤੋਂ ਪਰੇ ਪਰਮਾਤਮਾ ਹੀ। ਇਹਨਾਂ ਦਾ ਇੱਕ ਬੋਲ ਵੀ ਜਿਹੜਾ ਤਾਰ ਦਿੰਦਾ ਈ, ਤੇ ਇੱਕ ਬੋਲ ਵੀ ਖਾਤਮਾ ਕਰ ਦਿੰਦਾ ਈ। ਔਰ ਉਹਦੇ ਨਾਲ ਜੁੜ, ਤੇ ਤੂੰ ਪਹਿਲਾਂ ਉਹਦੀ ਉਸਤਤ ਦੇ ਅੰਦਰ ਬੋਲ ਬੋਲ, ਔਰ ਆਪਣੇ ਅੰਦਰ ਦੀ ਗੁਫ਼ਤਗੂ ਜਿਹੜੀ ਆ ਉਹ ਸਭ ਕੁਝ ਜਾਣਦਾ ਈ। ਕਹਿੰਦੇ ਪਹਿਲਾਂ ਵਸਤ ਸਿਆਣ ਕੈ, ਜੇ ਕੁਝ ਮੂੰਹ ਤੋਂ ਬੋਲਣਾ ਹੈ ਨਾ, ਪਹਿਲਾਂ ਸਾਹਮਣੇ ਬੈਠੇ ਹੋਏ ਦੀ ਪਹਿਚਾਨ ਕਰ ਕਿ ਉਹ ਪੂਰਾ ਹੈ ਕਿ ਅਧੂਰਾ ਹੈ, ਉਹ ਸੱਚਾ ਗੁਰੂ ਹੈ ਕਿ ਝੂਠਾ ਹੈ। ਝੂਠਾ ਤੇਰਾ ਕੁਝ ਵਿਗਾੜ ਨਹੀਂ ਸਕਦਾ। ਜੇ ਕਿਤੇ ਸੱਚੇ ਫਕੀਰ ਨੂੰ, ਸੱਚੇ ਗੁਰੂ ਦੀ ਖਿਦਮਤ ਅੰਦਰ ਅਜ਼ਾਈ ਬੋਲ ਦਿੱਤਾ, ਠੱਠਾ ਬੋਲ ਦਿੱਤਾ, ਕਿਤੇ ਉਹਦੀ ਤੌਹੀਨ ਵਿੱਚ ਕੁਝ ਬੋਲ ਦਿੱਤਾ, ਯਾਦ ਰੱਖ ਤੇਰਾ ਸਭ ਕੁਝ ਨਸ਼ਟ ਹੋ ਜਾਏਗਾ ਹੀ। ਔਰ ਪਹਿਲਾਂ ਵਸਤ ਸਿਆਣ ਕੇ ਪਹਿਚਾਨ ਕਰਕੇ ਤਾਂ ਕੀਜੈ ਵਪਾਰ, ਤਾਂ ਗੱਲ ਕਰਨ ਦਾ ਹੀਆ ਕਰੀ। ਪਹਿਲਾਂ ਉਹਦੀ ਜਾਣ ਪਹਿਚਾਨ ਕਰਕੇ ਵਸਤੂ ਨਾ ਫਿਰ ਖਰੀਦਦਾਰ ਬਣੀ। ਕਿਉਂਕਿ ਪਹਿਲਾਂ ਵਸਤ ਸਿਆਣ ਕੇ ਪਹਿਲਾਂ ਪਹਿਚਾਨ ਕਰ ਲਵੇਂ ਕਿ ਜੋ ਕੁਝ ਮੈਨੂੰ ਮਿਲ ਰਿਹਾ ਮੇਰੇ ਫਾਇਦਾ ਕੁਨ ਹੈ ਕਿ ਔਰ ਮੇਰੇ ਘਾਟੇ ਕੁਨ ਗੱਲ ਹੈ। ਮਹਾਰਾਜ ਕਹਿੰਦੇ ਤਨ ਮਨ ਦੀਜੈ ਸੱਜਣਾ, ਔਰ ਉਹ ਸੱਜਣ ਸੱਚੇ ਸਤਿਗੁਰੂ ਨੂੰ ਸਭ ਕੁਝ ਸੌਂਪ ਫਿਰ ਵਪਾਰ ਕਰ। ਦੋਹੀ ਦਿਚੈ ਦੁਰਜਨਾ, ਦੋਹੀ ਦਾ ਅਰਥ ਹੁੰਦਾ ਹੈ ਦੁਹਾਈ, ਤੇ ਦੁਹਾਈ ਦਾ ਦੂਜਾ ਅਰਥ ਵਿਦਵਾਨ ਮਹਾਂਪੁਰਸ਼ ਕਰਦੇ ਸਹੁੰ। ਕਹਿ ਲੱਗੇ ਜਿਹੜੇ ਦੁਰਜਨ ਹੈ ਨਾ, ਵੈਰੀ ਔਰ ਮਾੜੀ ਸਮਝ, ਮਾੜੀ ਵਿਚਾਰ, ਮਾੜੀ ਕੁਸੰਗਤ, ਮਾੜਾ ਹੰਕਾਰ, ਕਹਿੰਦੇ ਇਧਰੋਂ ਦੁਹਾਈ ਪੱਟ,
ਔਰ ਦੁਹਾਈ ਦੇ ਕਿ ਮੈਂ ਇਸ ਪਾਸੇ ਨੂੰ ਨਹੀਂ ਤੁਰਨਾ, ਮੈਂ ਇਹ ਕੁਝ ਨਹੀਂ ਕਰਨਾ, ਇਸ ਪਾਸੇ ਨੂੰ ਇਹੋ ਜਿਹੀ ਕੁਸੰਗਤ 'ਚ ਨਹੀਂ ਬੈਠਣਾ। ਇਹ ਸਹੁੰ ਖਾ, ਇਹ ਦੋਹੀ ਦਿਚੈ ਦੁਰਜਨਾ, ਇਹਦੇ ਤੋਂ ਦੁਹਾਈ ਪਾ, ਦੁਰਜਨਾ ਦਾ ਸੰਗ ਨਾ ਕਰ। ਤੇ ਫਿਰ ਮਿੱਤਰਾਂ ਕੂ ਜੈਕਾਰ। ਫਿਰ ਮਿੱਤਰ ਕਿਹੜੇ ਨੇ? ਜਿਹੜੇ ਰੱਬ ਦੇ ਪਿਆਰੇ, ਜਿਹਨੂੰ ਮਹਾਰਾਜ ਕਹਿੰਦੇ ਨੇ ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਉਹ ਮਿੱਤਰੀ ਜਿਹੜੇ ਤੇਰੇ ਨਾਲ ਨਿਭ ਜਾਣਗੇ ਔਰ ਉਹਨਾਂ ਨੂੰ ਲੱਭ, ਤੇ ਫਿਰ ਤੇਰੀ ਜੈ ਜੈਕਾਰ ਹੋਏਗੀ। ਦੁਹਾਈ ਦੇ ਜਿਤ ਦੋਹੀ ਸੱਜਣ ਮਿਲਣਾ। ਔਰ ਪਹਿਲਾਂ ਤਾਂ ਦੁਹਾਈ ਦੇ ਕਿ ਦੁਰਜਨਾ ਤੋਂ ਦੂਰੀ ਬਣਾ, ਵੈਰੀਆਂ ਤੋਂ। ਫਿਰ ਦੁਹਾਈ ਦੇ ਰੌਲਾ ਪਾ ਉੱਚੀ ਉੱਚੀ ਕਿ ਤੈਨੂੰ ਤੇਰੇ ਸੱਜਣ ਮਿਲ ਜਾਣ, ਪਿਆਰੇ ਮਿਲ ਜਾਣ, ਮਿਲਾਉਣ ਵਾਲੇ ਮਿਲ ਜਾਣ, ਮਾਲਕ ਮਿਲ ਜਾਵੇ। ਔਰ ਜਿਤ ਦੋਹੀ ਸੱਜਣ ਮਿਲਣ, ਲਹੂ ਮੁੰਦੇ ਵਿਚਾਰ। ਕਹਿਣ ਲੱਗੇ ਹੇ ਜਵਾਨੀ ਦੇ ਹਲਾਰਿਆਂ ਦੇ ਵਿੱਚ ਮੁਗਧ ਹੋਈਏ, ਤੈਨੂੰ ਉਹ ਵਿਚਾਰ ਕਰ ਜਿਹਦੇ ਨਾਲ ਮਾਲਕ ਮਿਲ ਜਾਵੇ। ਤਨ ਮਨ ਦੀਜੈ ਸੱਜਣਾ। ਇਹੋ ਜਿਹੇ ਸੱਜਣ ਸਤਿਗੁਰੂ ਨੂੰ ਆਪਣਾ ਤਨ ਤੇ ਮਨ ਉਹਦੇ ਸਬੁਰਦ ਕਰ ਦੇ। ਤਨ ਵੀ ਤੇਰਾ ਉਹਦੀ ਮਾਨ ਮਰਜ਼ਾਦਾ ਤੋਂ ਬਾਹਰ ਨਾ ਹੋਵੇ, ਮਨ ਦੇ ਖਿਆਲ ਵੀ ਬਾਹਰ ਨਾ ਹੋਣ। ਤਨ ਮਨ ਅਰਪੋ ਪੂਛ ਰਾਬੋ, ਸੋਈ ਨਰੰਜਨ ਪਾਵੋ। ਮਹਾਰਾਜ ਮੇਰ ਕਰ ਦੇ, ਤਨ ਤੇ ਮਨ ਦੀਜੈ ਅਰਪਿਤ ਕਰ ਦੇ ਸੱਜਣਾ। ਤੇ ਐਸਾ ਹਸਨ ਸਾਰ ਮਹਾਰਾਜ ਸਾਹਿਬ ਕਹਿੰਦੇ, ਔਰ ਉਹ ਇਹੋ ਜਿਹਾ ਤੇਰਾ ਹਸਨਾ ਸਾਰ ਸ੍ਰੇਸ਼ਟ ਬਣ ਜਾਵੇਗਾ। ਔਰ ਉਹਨੂੰ ਕਿਹਾ ਸੀ, ਕਹਿਣ ਲੱਗੀ ਨੂੰ ਰਾਣੀਏ, ਇਹ ਮਖੌਲ ਬਾਜ਼ੀਆਂ ਨਾਲ ਠੱਠਾਂ ਨਾਲ ਹੱਸਣਾ ਸ੍ਰੇਸ਼ਟ ਨਹੀਂ ਹੋ। ਜਦੋਂ ਪ੍ਰਭੂ ਪ੍ਰਸੰਨ ਹੋ ਗਿਆ, ਉਹ ਅੰਦਰ ਦੀ ਖੁਸ਼ੀ ਦਿੰਦਾ ਈ, ਉਹਦੇ ਨਾਲ ਜੁੜ। ਤਿਸ ਸੌ ਨਿਹੋ ਨਾ ਕੀਜਾਈ। ਜਿਹੜੀ ਸੰਸਾਰ ਦੀ ਵਸਤੂ ਆ ਨਾ, ਉਹਦੇ ਨਾਲ ਨਿਹੋ ਨਾ ਕਰ। ਦੁਰਜਨਾਂ ਦੇ ਨਾਲ, ਵੈਰੀਆਂ ਦੇ ਨਾਲ ਨਿਉ ਲਗਾਵ ਨਾ ਕਰ। ਜੇ ਦਿਸੈ ਚੱਲਣਹਾਰ, ਉਹਨਾਂ ਵਸਤੂਆਂ ਨਾਲ ਲਗਾਵ ਨਾ ਕਰ ਜਿਹੜੀਆਂ ਦਿਸਦੀਆਂ ਨੇ। ਚਲਾਈ ਮਨ ਨੇ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਸਾਰਾ ਸੰਸਾਰ ਚੱਲਣ ਵਾਲਾ, ਇਹ ਚਲਾ ਜਾਣਾ ਹੈ। ਔਰ ਇੱਥੇ ਰਾਜੇ ਰਾਏ ਰੰਕ ਨਹੀਂ ਰਹਿਣਾ। ਆਏ ਜਾਏ ਜੁਗ ਚਾਰੇ, ਇੱਥੇ ਰਹਿਣਾ ਕਿਸੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ, ਕਹਿੰਦੇ ਸਾਰਾ ਕੁਝ ਚੱਲਣ ਵਾਲਾ ਹੈ। ਨਾਨਕ ਜਿਨੀ ਇਵ ਕਰ ਬੁੱਝਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜਿੰਨਾ ਇਸ ਤਰ੍ਹਾਂ ਬੁੱਝ ਲਿਆ, ਸਮਝ ਲਿਆ ਕਿ ਸਭ ਕੁਝ ਚੱਲਣ ਵਾਲਾ, ਉਹਦੇ ਨਾਲ ਮਿੱਤਰਾਨਾ ਲਾਈਏ, ਉਹਦੇ ਨਾਲ ਆਪਣੀਆਂ ਪ੍ਰੇਮ ਦੀਆਂ ਤੰਦਾਂ ਜੋੜੀਏ। ਜਿਨੇ ਸਦੀਵ ਕੱਲ ਰਹਿਣਾ ਹੈ, ਜਿਨੇ ਇੱਥੇ ਵੀ ਸਾਡੇ ਨਾਲ ਨਿਭਣਾ ਹੈ ਤੇ ਅੱਗੇ ਵੀ ਸਾਡੇ ਨਾਲ ਜਿੰਦ ਦੇ ਨਿਭਣਾ ਹੈ। ਮਹਾਰਾਜ ਕਹਿੰਦੇ ਆ, ਨਾਨਕ ਜਿਨੀ ਇਵ ਕਰ ਬੁੱਝਿਆ, ਜਿਨ੍ਹਾਂ ਨੇ ਇਸ ਤਰ੍ਹਾਂ ਸਮਝਿਆ, ਤਿੰਨਾਂ ਵਿਟੂ ਕੁਰਬਾਨ। ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ, ਜਿਨ੍ਹਾਂ ਨੇ ਇਸ ਤਰ੍ਹਾਂ ਪਰਮਾਤਮਾ ਨੂੰ ਅਰਾਧਿਆ। ਕਹਿੰਦੇ ਸਤਿਗੁਰੂ ਮਹਾਰਾਜ ਔਰ ਨਦੀ ਦੇ ਦਰਿਆ ਦੇ ਕਿਨਾਰੇ ਬੈਠੇ ਆ, ਔਰ ਉੱਥੇ ਇੱਕ ਆਦਮੀ ਤੈਰਨ ਵਾਲਾ ਆ ਗਿਆ। ਤੇ ਉਹ ਜਦੋਂ ਉਸ ਦਰਿਆ ਦੇ ਵਿੱਚੋਂ ਤੈਰ ਕੇ ਪਾਰ ਹੋਣਾ ਚਾਹਿਆ ਤੇ ਮਲਾਹ ਕੋਲ ਸੀ। ਕਹਿੰਦਾ, ਸੱਜਣਾ ਦਰਿਆ ਵਿੱਚ ਡੁੱਬ ਜਾਏਗਾ। ਕਹਿੰਦਾ, ਮੈਨੂੰ ਤੈਰਨਾ ਆਉਂਦਾ, ਮੈਂ ਬਹੁਤ ਜ਼ਿਆਦਾ ਤਰ ਲੈਣਾ ਹੈ। ਕਹਿਣ ਲੱਗੀ, ਸੱਜਣਾ ਫਿਰ ਵੀ ਕਿਸੇ ਚੰਗੇ ਮਲਾਹ ਨੂੰ ਪੁੱਛ ਲਾ, ਉਹ ਤੇਰਾ ਮਾਰਗਦਰਸ਼ੀ ਬਣ ਕੇ ਤੈਨੂੰ ਮਾਰਗ ਦੱਸੇਗਾ, ਤਾਂ ਤਰ ਕੇ ਪਾਰ ਲੰਘੇਗਾ। ਨਹੀਂ ਤੇ ਤੇਰੇ ਵਰਗੇ ਤਾਰੂ ਪਤਾ ਨਹੀਂ ਕਿੰਨੇ ਕੁ ਡੁੱਬ ਗਏ। ਔਰ ਸੰਸਾਰ ਦੀ ਗੱਲ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ। ਕਹਿਣ ਲੱਗੇ, ਸੰਸਾਰ ਅੰਦਰ ਆਇਆ ਹੈ, ਜੇ ਤੂੰ ਤਾਰੂ ਪਾਨ ਤਾਹੂ ਪੁੱਛ ਤੜਨ ਕੱਲ। ਕਹਿਣ ਲੱਗੇ, ਜੇ ਤੂੰ ਤਰਨਾ ਜਾਣਦਾ ਪਾਨ ਪਾਣੀ ਦੇ ਵਿੱਚ, ਤਾਂ ਵੀ ਕਿਸੇ ਤੋਂ ਪੁੱਛ ਕੇ ਇਹਦੇ ਅੰਦਰ ਤਰਨਾ ਜਿਹੜਾ ਆ ਚੱਲਣਾ ਕਰ, ਨਹੀਂ ਤੇ ਵਿੱਚੇ ਡੁੱਬ ਜਾਵੇਂਗਾ। ਸਜਣਾ ਤੂੰ ਪੁੰਨ ਦਾਨ ਬੜੇ ਭਲੇ ਕਰਮ ਕਰਦਾ ਪਿਆ ਹੈ। ਕਹਿਣਾ ਮੈਂ ਤਰ ਜਾਵਾਂਗਾ ਜਿੰਨਾ ਚਿਰ ਸ੍ਰੇਸ਼ਟ ਸਿੱਖਿਆ ਨਹੀਂ ਨਾ ਲਈ ਔਰ ਗੁਰੂ ਤੋਂ
और धारनी नहीं होया, कहते सजना पता नहीं कित्थे हंब जावे, नैया पार नहीं लगनी। ये तेनों गुरु उस्ताद और रहबर दसेगा कि इहदे तो पार किवें होना है। ताहू खरे सुजान, कहते ओ खरे चंगे जेड़े ने सुजान सियाने ने, वंजा इन्नी कपरी और जेड़े इन्ना वंजायन इन्नी कपरी। इस कपर मैना हुंदा है लहरां, और लहरां दे विच पता नहीं किन्ने को खप गए, मुक गए। सजना वंजा इन्नी कपरी, ये कपर जेड़ियां लहरां ने इन्हां ने वंजा देना है, तेनू खराब कर देना है, डूब देना है। ਜਿਹੜੀਆਂ संसार दे अंदर लहरां उपजदियां पईयां इन्हां तो बचन दे लई मुरशद काबल भाल है। जदों मुरशद तेरा होवेगा, गुरु नाल जुड़ जाएगा, ये लहरां तेनों डोब नहीं सकणगियां। महाराज कहंदे आ कि फिर बेड़े नूं कप्पर क्या करे, जे पातन रहे सुचेत। बेड़ा चलदा ते कप्पर उहनूं लहरां डोब नहीं सकदियां, जे जेड़ा पातन पतन ते जान वाला सुचेत सावधान हो जावे। कहंदे झखड़ झड़ झखड़ औहाड़, लहरी वहन लखेसुरी। कहंदे झड़ बदलवाई, झखड़ बहुत हनेरी आंधी आ जानी, औहाड़ और बहुत ओदे विचों जेड़ा हड़ आ जाना मींह दा, मींह दे पानी दा। आपां कहने हड़ आ गए, पानी बहुत चढ़ के आ जाना, ते ओदे विच लहरां वगणियां, वहन वहन वहिंदा पिया ते लखै सरी और लखे सरी। कहंदे सरी नदी दे विच लखां ही वह गए उस वहन दे अंदर। तू ओदे चों बचना चाहुंदा है, मालक नूं वहन दे विचों कह मेरी बांह पकड़, असीं डुबदे हां ते सानू इहदे विचों कढ मेरे सतगुरु। सतगुर सिओ आलाए, आलाए मैना आवाज़ मारनी, सतगुरु नूं आला आवाज़ मार कि वैगुरु मेरे ते किरपा कर। जेड़ा गुरु नूं आवाज़ मारदा है, जिहदी बांह मेरा गुरु पकड़ लैंदा है, बेड़े डुबन नाहे भाओ। जिन्हां दी बांह गुरु पकड़ लैंदा है, महाराज कहंदे सजना उन्हां नूं उन्हां दा बेड़ा डुबन दा डर नहीं रह जांदा। उन्हां नूं पता हुण बेड़ा गुरु ने बन्ने लाउणा है, मेरा मलाह गुरु आ, ते जिथे गुरु आ जावे उत्थे बेड़ा डुबन नहीं देंदा, चाहे वह अंदर दा होवे चाहे बाहर दा। मक्खण शाह लबाणे दा बेड़ा बाहर दा भी डुबदा सी, गुरु ने बाहर दा बेड़ा भी सूरत दी बंदरगाह ते पार लाया। ते जदों आया मक्खण शाह चल के बकाले दी धरती ते, उथे अनेकां गुरु बने बैठे सन, सच्चे दा पता कोई ना लगे। ते उदों भी अरदास कीती, दाता जिथे बाहर दे बेड़े पन्ने बन्ने लाउणा है, अज ये बहुते गुरुआं दी भरमार करके मन दा बेड़ा जेड़ा ने मंझ धार विच आके डगमगाउण लग पिया। किरपा कर दातिया हुण अंदर दा बेड़ा भी बन्ने ला। गुरु ने अंदर दा बेड़ा भी बन्ने लाया। ਉਹਦੇ ਅੱਗੇ ਜੋਦੜੀ कर दीन दयाल भरोसे तेरा, सब परिवार चढ़ाया बेड़ा है। और केड़ा बेड़ा है उन्होंने बना, जिन्हों महाराज कहते जप तप का बंद बीड़ुला, जित नंगे वहेला, ना सरवर ना उछलै, ऐसा पंथ सुहेला, तेरा एको नाम मजीठड़ा, रता मेरा चोला, साध रंग ढोला, साजन चले प्यारिया, क्यों मेला हुई, जे गुण होवै गंठुड़ीऐ, मिलेगा सोई, मिलिया हुए ना विछड़ै, जे मिलिया हुई, जे मिल गए ओ जप ते तप दा बेड़ा बुना। और बेड़ा बुना जेड़ा बुनाया नहीं, जिन्हों महाराज कबीर साहब कहते बेड़ा बंद ना सकियो बंधन की बेला, पर सरवर जब उछले तब तरन दोहेला, हाथ ना लाई कुसंबड़े जल जासी ढोला। कह लगे सजना तू बेड़ा बुनाया ही नहीं, सारी उम्र लंघ गई, अपने तरन वास्ते नहीं कुछ कीता ते दूजियां लई की खाक करेगा। पहला अपने तरन दा प्रबंध कर, अपने आप लई जप तप कर, फिर गुरु बेड़ा डुबन नहीं देंदा। जिहदी बांह गुरु फड़ लए और उन्होंने भाओ डर नहीं रहिंदा कि मेरा जीवन डुब जाएगा। जे गुरु बांह ओदी पकड़दा जे, जेड़ा गुरु गुरु जपदा है, गुरु गुरु आराधदा है। ये सच्ची सरकार ने
ਸਾਡੇ ਤੇ ਕਿਰਪਾ ਕੀਤੀ। 12 ਤੇ ਵਧੇਕ ਸ਼ਲੋਕਾਂ ਦੀ ਅੱਜ ਆਰੰਭਤਾ ਹੋਈ ਆ ਔਰ ਇਹਦੇ ਅੰਦਰ ਆਪਾਂ 4 ਪਦਾਂ ਦੀ ਵਿਚਾਰ ਕੀਤੀ ਆ। ਜੇ ਮੈਂ ਭੁੱਲਦਾ ਨਾ ਹੋਵਾਂ ਸਾਰੇ ਸ਼ਬਦ 12 ਤੇ ਵਧੇਕ ਦੇ 152 ਕੁ ਸ਼ਬਦ ਨੇ ਤਕਰੀਬਨ ਮੈਂ ਸ਼ਬਦ ਤਾਂ ਵਰਤਿਆ, ਕਈ ਵਾਰ ਦਿਮਾਗੋਂ ਗੱਲ ਇੱਧਰ ਉੱਧਰ ਨਿਕਲ ਜਾਂਦੀ ਆ, ਕੋਈ ਇੱਧਰ ਉੱਧਰ ਵੀ ਹੋ ਸਕਦਾ। 152 ਕੁ ਸ਼ਬਦ ਨੇ ਇਹ 12 ਤੇ ਵਧੇਕ ਦੇ, ਜਿਵੇਂ ਸਤਿਗੁਰੂ ਕਿਰਪਾ ਕਰਕੇ ਬੁਲਾਉਂਦੇ ਨੇ, ਜਿੰਨੀ ਕੁ ਸੂਝ ਬੂਝ ਬਖਸ਼ਦੇ ਨੇ, ਉਹਦੇ ਮੁਤਲਕ ਪੜ੍ਹਾ ਕੇ ਗੁਰੂ ਦੀ ਹਜ਼ੂਰੀ ਅੰਦਰ, ਗੁਰੂ ਕੇ ਸਥਾਨ ਤੇ ਆਪ ਗੁਰੂ ਕੀ ਸੰਗਤ ਨੂੰ ਗੁਰੂ ਕੀ ਗੱਲ, ਗੁਰੂ ਕੀ ਵਿਚਾਰ ਤੁਸ਼ ਬੁੱਧੀ ਦੇ ਨਾਲ ਔਰ ਸੰਖੇਪ ਰੂਪ ਅੰਦਰ, ਸਿੱਧੇ ਸਾਦੇ ਜੇ ਰੂਪ ਅੰਦਰ ਔਰ ਪੜ੍ਹ ਕੇ ਸੁਣਾਉਣ ਦਾ ਯਤਨ ਕਰਾਂਗੇ। ਸਤਿਗੁਰੂ ਮਿਹਰ ਕਰਨ, ਕਿਉਂਕਿ ਜੇ ਬਹੁਤੀ ਗੋਝ ਵਿੱਚ ਚਲੇ ਜਾਂਦੇ ਆ, ਜਿਹੜੇ ਬਹੁਤਾ ਵਿਚਾਰਨ ਵਾਲੇ ਸਿੰਘ ਹੁੰਦੇ ਉਹਨਾਂ ਦੇ ਗੱਲ ਪਕੜ 'ਚ ਆ ਜਾਂਦੀ ਏ, ਆਮ ਸੰਗਤ ਨੂੰ ਕੁਝ ਨਹੀਂ ਫਿਰ ਮਿਲਦਾ। ਇਸ ਕਰਕੇ ਮਨ ਦੇ ਮੇਰੇ ਖਿਆਲ ਨੇ ਕਿ ਸਿੱਧੇ ਜੇ ਰੂਪ 'ਚ ਸਿੱਧੀ ਜੀ ਗੱਲ ਕੀਤੀ ਜਾਏ, ਜਿਹੜੀ ਹਰ ਇੱਕ ਦੀ ਗੱਲ ਸਮਝ ਵਿੱਚ ਆ ਸਕੇ। ਆਏ ਹੋਏ ਹਰ ਇੱਕ ਜੀਵ ਨੂੰ ਕੁਝ ਨਾ ਕੁਝ ਉਹਦੀ ਗੱਲ ਸਮਝ 'ਚ ਆ ਜਾਵੇ ਤੇ ਉਹ ਸਮਝ ਕੇ ਇਹ ਸਮਝ ਲਏ ਕਿ ਮੇਰੇ ਤੇ ਗੁਰੂ ਤੋਂ ਬਗੈਰ ਮੇਰਾ ਕੋਈ ਨਹੀਂ। ਉਹ ਕਿਤੇ ਗੁਰੂ ਦੇ ਮਾਰਗ ਨੂੰ ਤੁਰ ਕੇ ਬਾਣੀ ਦਾ ਧਾਰਨੀ ਹੋ ਜਾਵੇ। ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ। ਸਾਹਿਬ ਦੇ ਬਚਨ ਜਾਣ ਕੇ ਗੁਰੂ ਕੀ ਸੰਗਤ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।